हाँ जी दोस्तों, लैके आ चुके हैं ਤੁਹਾਡੇ ਲਈ जमात 10वीं पंजाबी भी ਦਾ ਜਿਹੜਾ ਤੁਹਾਡਾ ਟਰਮ 2 ਦਾ ਪੇਪਰ ਹੋਣਾ ਹੈ ਉਸ ਲਈ ਵੈਰੀ ਇੰਪੋਰਟੈਂਟ ਕੁਐਸਚਨਸ। ਤੇ ਹਾਂਜੀ ਮਿੱਤਰੋ, ਤੁਹਾਨੂੰ ਦੱਸ ਦਈਏ ਜਿਹੜਾ ਪੀਐਸਸੀਬੀ ਦਾ ਆਫੀਸ਼ੀਅਲ ਵੈਬਸਾਈਟ ਤੇ ਇਹ ਜਿਹੜਾ ਨਮੂਨਾ ਪ੍ਰਸ਼ਨ ਪੱਤਰ ਯਾਨੀ ਕਿ ਸੈਂਪਲ ਪੇਪਰ ਹੈ ਪੀਐਸਸੀ ਦਾ ਆਫੀਸ਼ੀਅਲ ਵੈਬਸਾਈਟ ਤੇ ਜਿਹੜਾ ਪ੍ਰੋਵਾਈਡ ਕੀਤਾ ਹੋਇਆ ਪੀਐਸਸੀਬੀ ਨੇ, ਉਸ ਨੂੰ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਫੁੱਲ ਸੋਲਵ ਕਰਕੇ ਦਿਖਾਵਾਂਗੇ। ਟਰਮ 2 ਦਾ ਜਿਹੜਾ ਤੁਹਾਡਾ ਪੇਪਰ ਹੋਣਾ ਹੈ ਸੈਂਪਲ ਪੇਪਰ ਹੈ ਇਹ ਫੁੱਲ ਸੋਲਵਡ। ਇਸ ਵਿੱਚ ਜਿਹੜੇ ਕੁਐਸਚਨ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹਨਾਂ ਵਿੱਚੋਂ ਤੁਹਾਡੇ ਪੇਪਰ ਵਿੱਚ ਕੋਈ ਵੀ ਕੁਐਸਚਨ ਆ ਸਕਦਾ। ਇਸ ਕਰਕੇ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ ਮਿੱਤਰੋ, ਇਸ ਵਿੱਚ ਪਹਿਲਾ ਪ੍ਰਸ਼ਨ ਹੈਗਾ ਆਪਣੇ ਲਵੇ। ਤੇ ਹਾਂਜੀ ਮਿੱਤਰੋ, ਪਹਿਲਾ ਪ੍ਰਸ਼ਨ ਹੈਗਾ ਇਹ ਪ੍ਰਸ਼ਨ ਸੁੰਦਰ ਲਿਖਾਈ ਦੇ ਅੰਕਾਂ ਲਈ ਰਾਖਵਾ ਹੋਵੇਗਾ, ਯਾਨੀ ਕਿ 2 ਅੰਕ ਤੁਹਾਨੂੰ ਸੁੰਦਰ ਲਿਖਾਈ ਦੇ ਮਿਲਣਗੇ। ਇਸ ਤੋਂ ਅੱਗੇ ਪ੍ਰਸ਼ਨ ਦੂਜਾ ਹੈਗਾ ਵਸਤੂਨਿਸ਼ਟ ਪ੍ਰਸ਼ਨ, ਯਾਨੀ ਕਿ 1-2 ਸ਼ਬਦਾਂ ਵਿੱਚ ਜਿਹੜੇ ਉੱਤਰ ਦਿਓ ਇਹਨਾਂ ਪ੍ਰਸ਼ਨਾਂ ਦੇ। ਪਹਿਲਾ ਪ੍ਰਸ਼ਨ ਹੈਗਾ ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ ਹਨ? ਤੇ ਹਾਂਜੀ ਮਿੱਤਰੋ, ਇਹਦਾ ਉੱਤਰ ਹੈਗਾ 10। ਇਹਦਾ ਉੱਤਰ ਹੈ 10 ਸਵਰ ਧੁਨੀਆਂ ਹੁੰਦੀਆਂ ਨੇ ਪੰਜਾਬੀ ਵਿੱਚ। ਸੈਕਿੰਡ ਕੁਐਸਚਨ ਹੈਗਾ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਮਾਤਰਾਵਾਂ ਹੁੰਦੀਆਂ ਹਨ? ਇਸ ਦਾ ਉੱਤਰ ਹੈਗਾ 10। ਅਤੇ ਇਸ ਤੋਂ ਅੱਗੇ ਸਹੀ ਗਲਤ ਦੀ ਚੋਣ ਕਰੋ। ਹਮਦਰਦੀ ਵਸਤੂਵਾਚਕ ਨਾਮ, ਕੀ ਇਹ ਕਥਨ ਸਹੀ ਹੈ? ਇਹਦਾ ਉੱਤਰ ਹੈਗਾ ਗਲਤ ਹੈ ਇਹ ਕੁਐਸਚਨ। ਇਸ ਤੋਂ ਅੱਗੇ ਜਿਹੜਾ ਹੇਠ ਲਿਖੇ ਵਾਕਾਂ ਦੀ ਬ੍ਰੈਕਟ ਵਿੱਚ ਦਿੱਤੇ ਗਏ ਸਹੀ ਸ਼ਬਦ ਨਾਲ ਖਾਲੀ ਥਾਵਾਂ ਭਰੋ। ਪਹਿਲੀ ਫਿਲਪ ਹੈਗੀ ਆ ਐੜਾ ਨੂੰ ਕੰਨਾ, ਈੜੀ, ਏ, ਈ ਅਤੇ ਡੈਸ਼ ਪੰਜਾਬੀ ਦੇ ਸਵਰ ਹਨ। ਹਾਂਜੀ ਮਿੱਤਰੋ, ਇਹਦਾ ਉੱਤਰ ਹੈਗਾ ਊੜਾ। ਠੀਕ ਹੈ, ਇਹ ਇਹਦਾ ਆਨਸਰ ਹੈ। ਇਸ ਤੋਂ ਅੱਗੇ ਨੈਕਸਟ ਫਿਲਪ ਹੈ ਜਿਹੜੀ ਉਜਾਲਾ ਦਾ ਸਮਾਨਾਰਥ ਸ਼ਬਦ ਕਿਹੜਾ ਹੈ? ਇਹਦਾ ਉੱਤਰ ਹੈਗਾ ਚਾਨਣ, ਯਾਨੀ ਕਿ ਉਜਾਲਾ ਦਾ ਜਿਹੜਾ ਸੇਮ ਸ਼ਬਦ ਅਰਥ ਕਿਹੜਾ ਹੁੰਦਾ? ਸਮਾਨਾਰਥ ਮਤਲਬ ਸੇਮ ਸ਼ਬਦ ਚਾਨਣ। ਠੀਕ ਹੈ, ਇਸ ਤੋਂ ਅੱਗੇ ਥਰਡ ਪ੍ਰਸ਼ਨ ਹੈ ਹੇਠ ਲਿਖੇ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ ਲਗਭਗ 150 ਸ਼ਬਦ ਦਾ ਲੇਖ ਲਿਖੋ। ਇਸ ਵਿੱਚ ਲੇਖ ਲਿਖਣਾ ਆਪਾਂ ਨੇ 150 ਸ਼ਬਦ ਵਿੱਚ ਤੁਹਾਨੂੰ ਵਿਸ਼ਾ ਦਿੱਤੇ ਜਾਣਗੇ 2 ਜਾਂ 3, ਜਿਵੇਂ ਕਿ ਪਹਿਲਾ ਵਿਸ਼ਾ ਹੈਗਾ ਵਿਦਿਆਰਥੀ ਤੇ ਅਨੁਸ਼ਾਸਨ, ਦੂਜਾ ਪ੍ਰਦੂਸ਼ਣ ਦੀ ਸਮੱਸਿਆ, ਤੀਜਾ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਇਹ ਤੋਂ ਅੱਗੇ ਉੱਤਰ ਵਿੱਚ ਆਪਾਂ ਤੁਹਾਨੂੰ ਪਹਿਲਾਂ ਕਰਾਉਂਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ। ਠੀਕ ਹੈ, ਇਸ ਦਾ ਕਰਾਉਂਦੇ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਇਤਿਹਾਸ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਆਪ ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਹੋਏ ਹਨ। ਆਪ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੇ ਕੁੱਖੋਂ ਹੋਇਆ। ਬਚਪਨ ਵਿੱਚ ਆਪ ਬਾਲਕਾਂ ਦੀ ਫੌਜਾਂ ਬਣਾ ਕੇ ਇੱਕ ਦੂਸਰੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਕੀ ਜਾਣਦਾ ਸੀ ਕਿ ਇਹ ਬਾਲਕ ਵੱਡੇ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਹਥਿਆਰਬੰਦ ਟੱਕਰ ਲਵੇਗਾ। 1672 ਈਸਵੀ ਵਿੱਚ ਆਪ ਦੇ ਪਿਤਾ ਜੀ ਪਟਨੇ ਨੂੰ ਛੱਡ ਕੇ ਅਨੰਦਪੁਰ ਆ ਗਏ। ਇੱਥੇ ਆਪ ਦੇ ਪਿਤਾ ਜੀ ਨੇ ਆਪ ਨੂੰ ਸ਼ਸਤਰ ਵਿੱਦਿਆ ਤੇ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ। ਇਸ ਤੋਂ ਅੱਗੇ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸਹਾਇਤਾ ਲੈਣ ਆਏ। ਉਸ ਸਮੇਂ ਆਪ ਕੇਵਲ 9 ਸਾਲ ਦੇ ਸਨ। ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਦੇ ਵਿਰੁੱਧ ਕੁਰਬਾਨੀ ਦੇਣ ਲਈ ਭੇਜ ਦਿੱਤਾ। ਇਸ ਤੋਂ ਅੱਗੇ ਪਿਤਾ ਦੀ ਸ਼ਹੀਦੀ ਤੋਂ ਪਿੱਛੋਂ ਆਪ ਗੁਰੂ ਨਾਨਕ ਦੇਵ ਜੀ ਦੇ ਗੱਦੀ ਦੇ 10ਵੇਂ ਵਾਰਸ ਬਣੇ। ਆਪ ਨੇ ਜ਼ਾਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਸਿੱਖ ਕੌਮ ਨੂੰ ਇਕਮੁੱਠ ਕੀਤਾ ਤੇ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ। ਆਪ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ ਸਮੇਂ ਉਹਨਾਂ ਲਈ ਘੋੜੇ ਤੇ ਹਥਿਆਰ ਲਿਆਉਣ। ਗੁਰੂ ਜੀ ਦੀ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ। ਬਿਲਾਸਪੁਰ ਦੇ ਰਾਜੇ ਭੀਮ ਚੰਦ ਤੇ ਸ਼੍ਰੀਨਗਰ ਨੇ ਰਾਜੇ ਫਤਿਹ ਸ਼ਾਹ ਨੇ ਕੁਝ ਰਾਜਿਆਂ ਨੂੰ ਇਕੱਠੇ ਕਰਕੇ ਆਪ ਉੱਤੇ ਚੜ੍ਹਾਈ ਕਰ ਦਿੱਤੀ। ਭੰਗਾਣੀ ਦੇ ਸਥਾਨ 'ਤੇ 1686 ਈਸਵੀ ਵਿੱਚ ਯੁੱਧ ਹੋਇਆ ਤੇ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। ਇਸ ਪਿੱਛੋਂ ਆਪ ਨੇ ਕਈ ਕਿਲੇ ਬਣਾਏ। 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਅਨੰਦਪੁਰ ਵਿੱਚ ਇੱਕ ਭਾਰੀ ਇਕੱਠ ਕੀਤਾ। ਆਪ ਨੇ ਇਸ ਭਰੇ ਦੀਵਾਨ ਵਿੱਚ 5 ਸਿਰਾਂ ਦੀ ਮੰਗ ਕੀਤੀ। 5 ਸਿੱਖਾਂ ਨੇ ਗੁਰੂ ਜੀ ਦੀ ਮੰਗ ਵਾਰੀ ਪੂਰੀ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ 5 ਪਿਆਰਿਆਂ ਦੀ ਪਦਵੀ ਦਿੱਤੀ। ਬਾਅਦ ਵਿੱਚ ਆਪ ਨੇ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ। ਇਸ ਤਰ੍ਹਾਂ ਆਪ ਨੇ ਖਾਲਸਾ ਪੰਥ ਦੀ ਨੀਂਹ ਰੱਖੀ। ਆਪ ਨੇ ਕਿਹਾ 1.25 ਲੱਖ ਸੇ ਏਕ ਲੜਾਊ ਤਵੈ ਗੁਰੂ ਸਿੰਘ ਨਾਮ ਕਹਾਊ। ਗੁਰੂ ਜੀ ਨੂੰ ਮੁਗਲ ਹਾਕਮਾਂ ਵਿਰੁੱਧ ਅਨੰਦਪੁਰ, ਚਮਕੌਰ ਤੇ ਖਿਦਰਾਣਾ ਵਿਖੇ ਯੁੱਧ ਕਰਨੇ ਪਏ। ਇਹਨਾਂ ਲੜਾਈਆਂ ਵਿੱਚ ਆਪ ਨੂੰ ਅਨੰਦਪੁਰ ਛੱਡਣਾ ਪਿਆ। ਆਪ ਆਪਣੇ ਪਰਿਵਾਰ ਨਾਲੋਂ ਵਿਛੜ ਗਏ। ਆਪ ਦੇ 2 ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਨੀਹਾਂ ਵਿੱਚ ਚਿਣਵਾ ਦਿੱਤਾ। ਆਪ ਦੇ 2 ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ।
ਮਾਤਾ ਗੁਜਰੀ ਨੇ ਸਰਹੰਦ ਕਿਲੇ ਵਿੱਚ ਹੀ ਜਾਨ ਦੇ ਦਿੱਤੀ। ਇੰਨਾ ਕੁਝ ਹੋਣ 'ਤੇ ਵੀ ਆਪ ਨੇ ਹੌਸਲਾ ਨਾ ਹਾਰਿਆ। ਆਪ ਸਾਰੀ ਸਿੱਖ ਕੌਮ ਨੂੰ ਆਪਣਾ ਪਰਿਵਾਰ ਸਮਝਦੇ ਸਨ। ਆਪ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇੱਥੇ ਹੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਸ ਵਿੱਚ ਦਰਜ ਕੀਤਾ। ਫਿਰ ਆਪ ਨੇ ਦੀਨਾ ਕਾਂਗੜ ਨਾਂ ਦੇ ਸਥਾਨ 'ਤੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ। ਅੰਤ ਗੁਰੂ ਜੀ ਨੰਦੇੜ ਪਹੁੰਚੇ। ਇੱਥੇ ਆਪ ਨੇ ਮਾਧੋ ਦਾਸ ਬੈਰਾਗੀ ਨੂੰ ਸਿੱਧੇ ਰਸਤੇ ਪਾਇਆ। ਆਪ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾਂ ਬੰਦਾ ਬਹਾਦਰ ਰੱਖਿਆ ਤੇ ਜ਼ਾਲਮ ਮੁਗਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ। ਸੰਨ 1707 ਈਸਵੀ ਨੂੰ ਇੱਕ ਮੁਸਲਮਾਨ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ। ਅੰਤ ਆਪ 7 ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਆਪ ਦੁਆਰਾ ਦੇਸ਼ ਤੇ ਕੌਮ ਲਈ ਕੀਤੀ ਕੁਰਬਾਨੀ ਭਾਰਤ ਦੇ ਇਤਿਹਾਸ ਵਿੱਚ ਸਦਾ ਅਮਰ ਰਹੇਗੀ। ਇਸ ਤੋਂ ਅੱਗੇ ਜਿਹੜਾ ਚੌਥਾ ਪ੍ਰਸ਼ਨ ਆ ਜਾਂਦਾ, ਤੁਹਾਡਾ ਸਾਈਕਲ ਚੋਰੀ ਹੋ ਗਿਆ ਹੈ। ਸਾਈਕਲ ਬਾਰੇ ਵੇਰਵਾ ਦਿੰਦੇ ਹੋਏ ਨੇੜੇ ਦੇ ਥਾਣੇ 'ਚ ਰਿਪੋਰਟ ਦਰਜ ਕਰਵਾਉਣ ਲਈ ਬਿਨੈ ਪੱਤਰ ਲਿਖੋ। ਅਤੇ ਜਾਂ ਫਿਰ ਇਸ ਵਿੱਚ ਆਪਸ਼ਨ ਹੈ, ਆਪਣੇ ਸ਼ਹਿਰ ਦੀ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਨੂੰ ਇੱਕ ਪੱਤਰ ਰਾਹੀਂ ਵਾਰਡ ਦੀਆਂ ਗਲੀਆਂ ਤੇ ਨਾਲੀਆਂ ਦੀ ਭੈੜੀ ਹਾਲਤ ਕਾਰਨ ਲੋਕਾਂ ਦੀਆਂ ਤਕਲੀਫਾਂ ਦੱਸਦੇ ਹੋਏ ਉਹਨਾਂ ਦੇ ਢੁਕਵੇਂ ਹੱਲ ਲਈ ਬੇਨਤੀ ਪੱਤਰ ਲਿਖੋ। ਤੇ ਹਾਂਜੀ ਮਿੱਤਰੋ, ਬੇਨਤੀ ਪੱਤਰ ਆਪਾਂ ਤੁਹਾਨੂੰ ਲਿਖ ਕੇ ਦਿਖਾਉਂਦੇ ਹਾਂ। 64 ਬੜਾ ਬਾਜ਼ਾਰ, ਬਸਤੀ ਸ਼ੇਖ, ਜਲੰਧਰ। ਇਸ ਵਿੱਚ ਅੱਗੇ ਤਰੀਕ ਲਿਖਤੀ। ਸੇਵਾ ਵਿਖੇ ਪ੍ਰਧਾਨ ਸਾਹਿਬ, ਨਗਰ ਪਾਲਿਕਾ ਜਲੰਧਰ। ਵਿਸ਼ਾ ਮੁਹੱਲੇ ਵਿੱਚ ਗਲੀਆਂ ਤੇ ਨਾਲੀਆਂ ਦੀ ਮੁਰੰਮਤ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਬਸਤੀ ਸ਼ੇਖ ਦੇ ਬੜਾ ਬਾਜ਼ਾਰ ਇਲਾਕੇ ਵਿੱਚ ਗਲੀਆਂ ਤੇ ਨਾਲੀਆਂ ਦੀ ਹਾਲਤ ਬੜੀ ਖਰਾਬ ਹੈ। ਗਲੀਆਂ ਵਿੱਚ ਥਾਂ-ਥਾਂ 'ਤੇ ਟੋਏ ਪਏ ਹੋਏ ਹਨ। ਉਹਨਾਂ ਵਿੱਚ ਕਿਤੇ ਪੱਥਰ ਵੱਟੇ ਪਏ ਹਨ ਅਤੇ ਕਿਤੇ ਗੰਦ-ਮੰਦ ਦੇ ਢੇਰ। ਨਾਲੀਆਂ ਦੀ ਬੁਰੀ ਹਾਲਤ ਕਾਰਨ ਪਾਣੀ ਦਾ ਨਿਕਾਸ ਦਾ ਕੋਈ ਪ੍ਰਬੰਧ ਨਹੀਂ, ਜਿਸ ਕਰਕੇ ਗਲੀਆਂ ਵਿੱਚ ਥਾਂ-ਥਾਂ ਪਾਣੀ ਦੀਆਂ ਛੱਪੜੀਆਂ ਭਰੀਆਂ ਰਹਿੰਦੀਆਂ ਹਨ ਅਤੇ ਉੱਥੋਂ ਸਾਈਕਲ, ਸਕੂਟਰ ਜਾਂ ਮੋਟਰਸਾਈਕਲ ਲੈ ਕੇ ਲੰਘਣਾ ਤਾਂ ਇੱਕ ਪਾਸੇ ਰਿਹਾ ਬੰਦਾ ਪੈਦਲ ਵੀ ਨਹੀਂ ਲੰਘ ਸਕਦਾ। ਇਸ ਕਰਕੇ ਮੁਹੱਲੇ ਵਾਲਿਆਂ ਨੂੰ ਬਹੁਤ ਤਕਲੀਫ ਹੈ। ਇੱਥੇ ਫੈਲੀ ਗੰਦਗੀ ਕਾਰਨ ਕਿਸੇ ਬਿਮਾਰੀ ਦੇ ਫੈਲਣ ਦਾ ਖਤਰਾ ਵੀ ਹੈ। ਉਪਰੋਕਤ ਵੇਰਵੇ ਦੀ ਰੋਸ਼ਨੀ ਵਿੱਚ ਆਪ ਨੂੰ ਬੇਨਤੀ ਹੈ ਕਿ ਆਪ ਸਾਡੇ ਮੁਹੱਲੇ ਦੀਆਂ ਗਲੀਆਂ ਤੇ ਨਾਲੀਆਂ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਉਣ ਦਾ ਪ੍ਰਬੰਧ ਕਰੋ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋ ਸਕਣ। ਹਾਂਜੀ ਮਿੱਤਰੋ, ਅੱਗੇ ਲਿਖਣਾ ਹੈ ਆਪ ਦਾ ਵਿਸ਼ਵਾਸ ਪੱਤਰ, ਆਪਣਾ ਨਾਮ। ਠੀਕ ਹੈ। ਇਸ ਤੋਂ ਅੱਗੇ ਪ੍ਰਸ਼ਨ 5ਵਾਂ ਹੈਗਾ, ਹੇਠ ਲਿਖੇ ਪੈਰੇ ਦਾ ਢੁਕਵਾਂ ਸਿਰਲੇਖ ਦਿਓ ਅਤੇ ਇਸ ਪੈਰੇ ਦੀ ਸੰਖੇਪ ਰਚਨਾ ਕਰੋ। ਠੀਕ ਹੈ, ਇਹਦੀ ਸੰਖੇਪ ਰਚਨਾ ਕਰਨੀ ਹੈ। ਵਿੱਦਿਆ ਪੜ੍ਹਨ ਨਾਲ ਮਨ ਪ੍ਰਸੰਨ ਹੁੰਦਾ ਹੈ, ਗੱਲਬਾਤ ਵਿੱਚ ਸਲੀਕਾ ਹੁੰਦਾ ਅਤੇ ਲਿਆਕਤ ਵੱਧਦੀ ਹੈ। ਇਸ ਨਾਲ ਮਨੁੱਖ ਦੇ ਸੁਭਾਵਿਕ ਗੁਣ ਹੋਰ ਵਿਕਸਿਤ ਹੁੰਦੇ ਹਨ ਅਤੇ ਅਨੁਭਵ ਨਾਲ ਵਿੱਦਿਆ ਦਾ ਅਭਿਆਸ ਪੂਰਾ ਹੁੰਦਾ ਹੈ। ਵਿੱਦਿਆ ਪੜ੍ਹਨ ਨਾਲ ਕਈ ਨਿਯਮ ਪਤਾ ਲੱਗਦੇ ਹਨ, ਪਰ ਅਨੁਭਵ ਨਾਲ ਇਹਨਾਂ ਦੀ ਯੋਗ ਵਰਤੋਂ ਦਾ ਪਤਾ ਲੱਗਦਾ ਹੈ। ਵਿੱਦਿਆ ਦੇ ਉਪਯੋਗ ਦਾ ਪਤਾ ਬੁੱਧੀ ਅਤੇ ਅਨੁਭਵ ਨਾਲ ਹੀ ਲੱਗਦਾ ਹੈ। ਇਸ ਤੋਂ ਅੱਗੇ ਪ੍ਰਸ਼ਨ 6ਵੇਂ ਵਿੱਚ ਆ ਜੂ ਆਪਣੇ ਲਵੇ ਇੱਕ ਪੈਰਾ ਦਿੱਤਾ ਹੋਇਆ ਤੁਹਾਨੂੰ। ਪੈਰੇ ਵਿੱਚ ਜਿਹੜੇ ਪ੍ਰਸ਼ਨ ਆਉਣਗੇ, ਪਹਿਲਾ ਪ੍ਰਸ਼ਨ ਹੈਗਾ, ਇਸ ਪੈਰੇ ਵਿੱਚ ਜਿਹੜਾ ਪਹਿਲਾ ਪ੍ਰਸ਼ਨ ਪੁੱਛਿਆ ਗਿਆ, ਪਾਣੀਨੀ ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ? ਦਾ ਉੱਤਰ ਹੈਗਾ, ਪਾਣੀਨੀ ਦੀ ਪ੍ਰਸਿੱਧੀ ਸੰਸਕ੍ਰਿਤ ਵਿਆਕਰਨ ਦਾ ਸਭ ਤੋਂ ਵੱਡਾ ਵਿਦਵਾਨ ਹੋਣ ਕਰਕੇ ਹੋਈ। ਠੀਕ ਹੈ। ਸੈਕਿੰਡ ਕੁਐਸਚਨ ਹੈ, ਪਾਣੀਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ ਕਿਉਂ ਆਖਿਆ ਜਾਂਦਾ ਹੈ? ਇਸ ਦਾ ਉੱਤਰ ਹੈ, ਪਾਣੀਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਉਸ ਬਾਰੇ ਇਹ ਪ੍ਰਸਿੱਧ ਹੈ ਕਿ ਉਸ ਨੂੰ ਇਸ ਪੁਸਤਕ ਸੰਬੰਧੀ ਗਿਆਨ ਸ਼ਿਵ ਜੀ ਤੋਂ ਪ੍ਰਾਪਤ ਹੋਇਆ। ਠੀਕ ਹੈ। ਇਸ ਤੋਂ ਅੱਗੇ ਜਿਹੜਾ ਥਰਡ ਪ੍ਰਸ਼ਨ ਹੈਗਾ, ਯਾਨੀ ਕਿ ਤੀਜਾ, ਕਿਹੜੀ ਗੱਲੋਂ ਪਤਾ ਲੱਗਿਆ ਕਿ ਪਾਣੀਨੀ ਪਹਿਲਾਂ ਵਿਆਕਰਨਕਾਰ ਨਹੀਂ ਸੀ? ਇਹਦਾ ਉੱਤਰ ਹੈਗਾ, ਪਾਣੀਨੀ ਆਪਣੀ ਪੁਸਤਕ ਵਿੱਚ ਕਈ ਵਿਆਕਰਨਕਾਰਾਂ ਦੇ ਨਾਂ ਲਿਖਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਵਿਆਕਰਨਕਾਰ ਨਹੀਂ ਸੀ। ਇਸ ਤੋਂ ਅੱਗੇ 7ਵਾਂ ਪ੍ਰਸ਼ਨ ਹੈ, ਹੇਠ ਲਿਖੇ ਮੁਹਾਵਰਿਆਂ 'ਚੋਂ ਤਿੰਨ ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤੋਂ ਕਿ ਅਰਥ ਸਪਸ਼ਟ ਹੋ ਜਾਣ। 9 ਮਾਸ ਦੀ ਰਿਸ਼ਤਾ ਹੋਣਾ। ਜਿਹੜੇ ਮੁਹਾਵਰੇ ਦਿੱਤੇ ਹੋਏ ਨੇ 4-5, ਇਹਨਾਂ ਨੂੰ ਕਰਨਾ ਆਪਾਂ ਨੇ। ਪਹਿਲਾ ਹੈਗਾ 9 ਮਾਸ ਦਾ ਰਿਸ਼ਤਾ ਹੋਣਾ। ਭਾਰਤ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ 9 ਮਾਸ ਦਾ ਰਿਸ਼ਤਾ ਹੈ ਜਿਸ ਨੂੰ ਕੋਈ ਤੋੜ ਨਹੀਂ ਸਕਦਾ। ਦੂਜਾ ਹੈਗਾ ਪੱਲਾ ਝਾੜਨਾ। ਸ਼ਾਮ ਲਾਲ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਸਾਧੂ ਬਣ ਗਿਆ। ਥਰਡ ਹੈਗਾ ਫੁੱਲੇ ਨਾ ਸਮਾਉਣਾ। ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸਦੇ ਮਾਮਾ ਜੀ ਅਮਰੀਕਾ ਤੋਂ ਆ ਰਹੇ ਹਨ
ਤਾਂ ਉਹ ਖੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾ ਰਹੀ। ਇਸ ਤੋਂ ਅੱਗੇ 8ਵਾਂ ਪ੍ਰਸ਼ਨ ਹੈਗਾ, ਹੇਠਾਂ ਦਿੱਤੇ ਵਾਕਾਂ ਵਿੱਚੋਂ ਕਿਸੇ ਦੋ ਵਾਕਾਂ ਦੇ ਵਿਸ਼ਰਾਮ ਚਿੰਨ੍ਹ ਲਗਾਓ। ਇਸ ਵਿੱਚ ਕੋਈ ਵੀ ਦੋ ਨੇ ਜਿਹੜੇ ਵਿਸ਼ਰਾਮ ਚਿੰਨ੍ਹ ਲਗਾਏ ਨੇ। ਪਹਿਲੇ ਦੇ ਆਪਾਂ ਲਗਾਉਂਦੇ ਹਾਂ ਅੱਛਾ, ਅੱਛਾ ਤੋਂ ਬਾਅਦ ਜਿਹੜਾ ਐਕਸਲਮੇਟਰੀ ਦਾ ਸਾਈਨ ਆ ਉਹ ਲਾਤਾ। ਤਾਂ ਤੇਰੇ ਮਾਤਾ ਜੀ MA ਹਨ, ਰੋਟੀ ਟੁੱਕ ਤਿਆਰ ਕਰਨ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ। ਇਹ ਜਿਹੜਾ ਪੁੱਛ ਰਿਹਾ ਉਹ ਪਿੱਛੇ ਕੁਐਸਚਨ ਮਾਰਕ ਦੇਖੋ, ਠੀਕ ਹੈ। ਇਸ ਤੋਂ ਅੱਗੇ 9ਵਾਂ ਪ੍ਰਸ਼ਨ ਹੈ, ਹੇਠ ਦਿੱਤੇ ਵਾਕਾਂ ਵਿੱਚੋਂ ਕਿਸੇ ਇੱਕ ਦੇ ਲਿੰਗ ਅਤੇ ਵਚਨ ਬਦਲ ਕੇ ਦੋ ਵੱਖਰੇ ਵੱਖਰੇ ਵਾਕ ਬਣਾਓ। ਲਿੰਗ ਅਤੇ ਵਚਨ ਬਦਲ ਕੇ ਵੱਖਰੇ ਵੱਖਰੇ ਜਿਹੜੇ ਵਾਕ ਬਣਾਉਣੇ ਨੇ। ਪਹਿਲਾ ਹੈਗਾ, ਰਾਜਕੁਮਾਰ ਆਪਣੇ ਮਿੱਤਰਾਂ ਦਰਜੀ ਨਾਈ ਤੇ ਤਰਖਾਣ ਨੂੰ ਨਾਲ ਲੈ ਕੇ ਯਾਤਰਾ 'ਤੇ ਚੱਲ ਪਿਆ। ਪਹਿਲਾ ਉੱਤਰ ਹੈਗਾ ਲਿੰਗ ਬਦਲ ਕੇ, ਠੀਕ ਹੈ। ਰਾਜਕੁਮਾਰੀ ਆਪਣੀਆਂ ਸਹੇਲੀਆਂ ਦਰਜਨ ਨਾਇਣ ਤੇ ਤਰਖਾਣੀ ਨੂੰ ਨਾਲ ਲੈ ਕੇ ਯਾਤਰਾ 'ਤੇ ਚੱਲ ਪਈ, ਠੀਕ ਹੈ। ਇਸ ਤੋਂ ਅਗਲਾ ਜਿਹੜਾ ਵਚਨ ਬਦਲ ਕੇ, ਵਚਨ ਬਦਲ ਜਿਹੜਾ ਕਰਦੇ ਆਪਾਂ ਇਹਦਾ ਹੁਣ, ਰਾਜਕੁਮਾਰ ਆਪਣੇ ਮਿੱਤਰਾਂ ਦਰਜੀਆਂ ਨਾਈਆਂ ਤੇ ਤਰਖਾਣਾਂ ਨੂੰ ਨਾਲ ਲੈ ਕੇ ਯਾਤਰਾਵਾਂ 'ਤੇ ਚੱਲ ਪਏ, ਠੀਕ ਹੈ। ਇਸ ਤੋਂ ਅੱਗੇ ਉਹਨਾਂ 'ਚੋਂ ਇੱਕ ਦਾ ਕਰਨਾ ਜੀ ਆਪਾਂ ਨੇ, ਠੀਕ ਹੈ। ਅਤੇ ਹਾਂਜੀ ਮਿੱਤਰੋ, ਇਸ ਤਰ੍ਹਾਂ ਜਿਹੜਾ ਆਪਣਾ ਪੇਪਰ ਹੈ ਇਹ ਕੰਪਲੀਟ ਹੋ ਜਾਂਦਾ ਹੈ। ਅਤੇ ਇਸ ਵਿੱਚ ਜਿਹੜੇ ਕੁਐਸਚਨ ਇਹ ਇਸ ਤਰ੍ਹਾਂ ਜਿਹੜਾ ਬਿਲਕੁਲ ਇਸ ਤਰ੍ਹਾਂ ਦਾ ਜਿਹੜਾ ਤੁਹਾਡਾ ਪੱਕਾ ਪੇਪਰ ਵੀ ਇਸ ਤਰ੍ਹਾਂ ਦਾ ਆਉਣਾ ਰੀਅਲ ਪੇਪਰ, ਬਟ ਜਿਹੜੇ ਕੁਐਸਚਨ ਨੇ ਉਹ ਅਲੱਗ-ਅਲੱਗ ਹੋਣਗੇ। ਇਹਨਾਂ ਵਿੱਚੋਂ ਵੀ ਕੋਈ ਵੀ ਕੁਐਸਚਨ ਆ ਸਕਦਾ, ਇਸ ਕਰਕੇ ਤੁਹਾਨੂੰ ਦੱਸ ਦਈਏ ਤੁਹਾਡਾ ਇੱਕ ਸੈਂਪਲ ਪੇਪਰ ਸੀਗਾ ਜਿਹੜਾ ਕਿ PSCB ਨੇ ਆਫੀਸ਼ੀਅਲ ਵੈਬਸਾਈਟ 'ਤੇ ਪਾਇਆ ਹੋਇਆ ਸੀ, ਅਤੇ ਅੱਜ ਆਪਾਂ ਤੁਹਾਨੂੰ ਉਹ ਸੋਲਵ ਕਰਕੇ ਦਿਖਾਤਾ। ਅਤੇ ਹਾਂਜੀ ਮਿੱਤਰੋ, ਆਪਣੇ ਚੈਨਲ 'ਤੇ ਤੁਸੀਂ ਨਵੇਂ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੀ ਘੰਟੀ ਨੂੰ ਔਨ ਕਰ ਦੇਣਾ ਤਾਂ ਕਿ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਹਾਂਜੀ ਮਿੱਤਰੋ, ਆਪਾਂ ਪੰਜਾਬੀ B ਦੇ ਪੇਪਰ ਦੇ ਹੋਰ ਵੀ ਵੈਰੀ ਇੰਪੋਰਟੈਂਟ ਕੁਐਸਚਨ ਆਪਾਂ ਜਲਦੀ ਲੈ ਕੇ ਆਵਾਂਗੇ। ਇਸ ਕਰਕੇ ਤੇ ਚਲੋ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ। ਤੱਕ ਲਈ ਸਾਰਿਆਂ ਨੂੰ ਧੰਨਵਾਦ।